ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਲੜੀਵਾਰ ਜੋ ਆਨੰਦ ਸਾਹਿਬ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨ ਦਾ ਯਤਨ ਕਰਦੇ ਹਾਂ। ਆਓ ਗੁਰੂ ਦਰਬਾਰ ਦੀ ਹਾਜ਼ਰੀ ਭਰੀਏ ਤਾਂ ਕਿ ਆਪਾਂ ਸੰਗਤ ਰੂਪ ਦੇ ਵਿੱਚ ਲੜੀਵਾਰ ਜੋ ਆਨੰਦ ਸਾਹਿਬ ਜੀ ਦੀ 19ਵੀਂ ਪੌੜੀ ਦੀ ਵਿਚਾਰ ਅੱਜ ਹੋਣੀ ਹੈ। ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਸਾਰੇ ਮੂਲ ਮੰਤਰ ਦੇ ਨਾਲ ਹਾਜ਼ਰੀ ਲਾਈਏ। ਸਾਰੇ ਕਰੋ ਰਸਨਾ ਨੂੰ ਪਵਿੱਤਰ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ। ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ। ਇਹ ਕਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮਹਿ ਨਾਮ ਉਤਮ ਸੋ ਸੁਣੈ ਨਾਹੀ। ਫਿਰੈ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਭਜਿਆ। ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਵੇਦਾਂ ਮਹਿ ਨਾਮ ਉਤਮ ਸੋ ਸੁਣੈ ਨਾਹੀ। ਫਿਰੈ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ
ਸੱਚ ਤਜਿਆ। ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼। 19ਵੀਂ ਪੌੜੀ ਦੀ ਵਿਚਾਰ ਅੱਜ ਆਪਾਂ ਰਲ ਮਿਲ ਕੇ ਕਰਨ ਦਾ ਯਤਨ ਕਰਨਾ ਹੈ। ਜਦੋਂ ਆਪਾਂ ਪਿਛਲੀ ਪੌੜੀ ਨੂੰ ਨਾਲ ਦੇਖਣ ਦਾ ਯਤਨ ਕਰਦੇ ਹਾਂ, ਸੱਚੇ ਪਾਤਸ਼ਾਹ ਕਹਿੰਦੇ ਕਹੈ ਨਾਨਕ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੇ ਨਾਲ ਸਹਿਜ ਉਪਜੈ। ਕਰਮਾਂ ਕਰਕੇ ਤੇਰੇ ਹਿਰਦੇ ਵਿੱਚ ਸਹਿਜ ਨਹੀਂ ਆਏਗਾ ਜਦ ਤੱਕ ਪ੍ਰੇਮ ਤੇ ਭਾਵ ਨਹੀਂ। ਕਰਮਾਂ ਕਰਕੇ ਤੇਰੇ ਹਿਰਦੇ ਦੇ ਵਿੱਚ ਮੈਲ ਲੱਗਦੀ ਰਹੇਗੀ, ਮੈਲ ਵੱਧਦੀ ਰਹੇਗੀ ਕਰਮਾਂ ਕਰਕੇ। ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ, ਕਾਲਾ ਹੁਆ ਸ਼ਿਆਬ। ਸੱਚੇ ਪਾਤਸ਼ਾਹ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਲੱਗੀ ਹੈ ਕਰਮਾਂ ਕਰਕੇ, ਤੇ ਜਿਹੜੇ ਅਸੀਂ ਹੁਣ ਕਰਮ ਦੁਬਾਰਾ ਕਰ ਰਹੇ ਹਾਂ ਉਹਨਾਂ ਕਰਮਾਂ ਕਰਕੇ ਮੈਲ ਹੋਰ ਵੱਧ ਰਹੀ ਹੈ। ਅਸੀਂ ਸੋਚ ਰਹੇ ਹਾਂ ਕਿ ਜਿਹੜੇ ਅਸੀਂ ਕਰਮ ਕਰ ਰਹੇ ਹਾਂ ਉਹ ਕਰਮ ਸਾਨੂੰ ਧਰਮ ਵੱਲ ਲਿਜਾ ਰਹੇ ਨੇ। ਇਨਸਾਨ ਸੋਚਦਾ ਹੈ, ਇਨਸਾਨ ਦੀ ਬਿਰਤੀ ਹੈ ਕਿ ਜੋ ਮੈਂ ਕਰਮ ਕਰ ਰਿਹਾ ਉਹ ਸ਼ਾਇਦ ਕਰਮ ਕਰਦਿਆਂ ਮੈਂ ਧਾਰਮਿਕ ਹੋ ਰਿਹਾ, ਪਰ ਉਹ ਕਰਮ ਕਰਦਿਆਂ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਕਰਮ ਵਿੱਚ ਪ੍ਰੇਮ ਨਹੀਂ, ਭਾਵਨਾ ਨਹੀਂ, ਸ਼ਰਧਾ ਨਹੀਂ, ਤੇ ਉਹ ਕਰਮ ਜਿਹੜਾ ਹੈ ਤੇਰੀ ਮੈਲ ਨੂੰ ਹੋਰ ਵਧਾ ਰਿਹਾ ਹੈ। ਜੇ ਆਪਾਂ ਗੱਲ ਕਰੀਏ, ਸੱਚੇ ਪਾਤਸ਼ਾਹ ਕਹਿੰਦੇ ਦੋ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ, ਇੱਕ ਹੈ ਕਿਰਦਾਰ ਬਣਾਉਣਾ ਤੇ ਦੂਜੀ ਚੀਜ਼ ਹੈ ਸ਼ਿੰਗਾਰ ਕਰਨਾ। ਜਿਹੜਾ ਸ਼ਿੰਗਾਰ ਹੈ ਨਾ ਉਹ ਤੇ ਅਸੀਂ ਬਾਜ਼ਾਰੋਂ ਖਰੀਦ ਲਿਆ, ਪੈਸੇ ਲਾਏ ਤੇ ਸ਼ਿੰਗਾਰ ਲਈ ਅਸੀਂ ਜਿਊਲਰੀ ਖਰੀਦ ਲਈ। ਸ਼ਿੰਗਾਰ ਕਰਨ ਦੇ ਪਦਾਰਥ ਧਨ ਪਦਾਰਥਾਂ ਦੇ ਨਾਲ ਸ਼ਿੰਗਾਰ ਤੇ ਖਰੀਦਿਆ ਜਾ ਸਕਦਾ ਹੈ, ਪਰ ਸੱਚੇ ਪਾਤਸ਼ਾਹ ਕਹਿੰਦੇ ਧਨ ਪਦਾਰਥਾਂ ਦੇ ਨਾਲ ਤੂੰ ਆਪਣਾ ਕਿਰਦਾਰ ਨਹੀਂ ਜੇ ਬਣਾ ਸਕਦਾ। ਜੇ ਤੂੰ ਆਪਣਾ ਜੀਵਨ ਦੀ ਘਾੜਤ ਨੂੰ ਘੜਨਾ ਹੈ, ਜੇ ਤੂੰ ਆਪਣੇ ਜੀਵਨ ਨੂੰ ਬਣਾਉਣਾ ਚਾਹੁੰਦਾ ਹੈ ਤੇ ਉਹ ਤੈਨੂੰ ਬਾਜ਼ਾਰ ਵਿੱਚੋਂ ਨਹੀਂ ਪ੍ਰਾਪਤ ਹੋਵੇਗਾ। ਜੀਵਨ ਨੂੰ ਬਣਾਉਣ ਦੇ ਲਈ ਤੈਨੂੰ ਗੁਰੂ ਦਰ ਤੇ ਆਉਣਾ ਪਵੇਗਾ, ਗੁਰੂ ਸ਼ਬਦ ਨੂੰ ਸੁਣਨਾ ਪਵੇਗਾ, ਗੁਰੂ ਸ਼ਬਦ ਨੂੰ ਆਪਣੇ ਹਿਰਦੇ 'ਚ ਵਸਾਉਣਾ ਪਵੇਗਾ। ਗੁਰੂ ਸ਼ਬਦ ਨੇ ਸਾਨੂੰ ਜੋ ਰਸਤਾ ਬਖਸ਼ਿਸ਼ ਕੀਤਾ ਹੈ ਉਸ ਰਸਤੇ ਤੇ ਚੱਲਣਾ ਪਵੇਗਾ। ਸ਼ਿੰਗਾਰੋਂ ਤੇ ਬਾਹਰੋਂ ਪ੍ਰਾਪਤ ਕਰ ਲਿਆ, ਸ਼ਿੰਗਾਰ ਖਰੀਦੇ ਤੇ ਅਸੀਂ ਆਪਣੇ ਸਰੀਰ ਨੂੰ ਸੋਹਣਾ ਬਣਾ ਲਿਆ, ਪਰ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਗੱਲ ਮਨ ਦੀ ਚੱਲ ਰਹੀ ਹੈ। ਆਪਣੇ ਮਨ ਨੂੰ ਕਿਵੇਂ ਸੋਹਣਾ ਬਣਾਏਗਾ, ਆਪਣੇ ਕਿਰਦਾਰ ਨੂੰ ਉੱਚਾ ਸੁੱਚਾ ਕਿਵੇਂ ਕਰੇਗਾ। ਜੇ ਤੂੰ ਕਹਿੰਦਾ ਹੈ ਕਿ ਮੈਂ ਪਦਾਰਥਾਂ ਨਾਲ, ਪੈਸੇ ਨਾਲ, ਧਨ ਨਾਲ ਇਹ ਕਰ ਲਵਾਂ, ਨਹੀਂ ਹੋਣਾ। ਗੁਰਬਾਣੀ 'ਚ ਸ਼ਬਦ ਆਇਆ ਕਾਇਆ ਮਾਨਸ ਕੌਣ ਗੁਨਾ, ਕਾਇਆ ਮਾਨਸ ਕੌਣ ਗੁਨਾ, ਜਿਉ ਘਟ ਭੀਤਰ ਹੈ ਮਲਨਾ। ਕਹਿੰਦੇ ਤੂੰ ਕਾਇਆ ਤੇ ਮਾਂਜ ਰਿਹਾ ਹੈ, ਸਰੀਰ ਮਾਂਜ ਲਏਗਾ, ਮਾਂਜਣਾ ਜ਼ਰੂਰੀ ਹੈ, ਪਰ ਤੂੰ ਸਰੀਰ ਮਾਂਜ ਕੇ ਆਪਣੇ ਅੰਤਰ ਆਤਮੇ ਨੂੰ ਨਹੀਂ ਮਾਂਜ ਸਕਦਾ। ਉਹ ਕਿਵੇਂ ਮਾਂਜ? ਉਹਦੇ ਅੰਦਰ ਮੈਲ ਭਰੀ ਹੈ, ਕਾਇਆ ਨੂੰ ਤੂੰ ਮਾਂਜ ਰਿਹਾ। ਕਾਇਆ ਮਾਂਜਸ ਕੌਣ ਗੁਨਾ, ਜਿਉ ਘਟ ਭੀਤਰ ਹੈ ਮਲਨਾ। ਦੂਜਾ ਭਗਤ ਕਬੀਰ ਜੀ ਨੇ बड़े सुंदर वचन आखे, कबीर वैसनो हुआ तो क्या भया। कहते माला मेली चार
ਅਸੀਂ ਮਾਲਾ ਪੜ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ, ਰਾਮ ਰਾਮ ਕਰੀ ਜਾਈਏ, ਅੱਲਾ ਅੱਲਾ ਕਰੀ ਜਾਈਏ। ਬਾਹਰ ਕੰਚਨ ਬਾਹਰਾ ਭੀਤਰ ਭਰੀ ਭੰਗਾਰ। ਬਾਹਰੋਂ ਅਸੀਂ ਦਿਖਾ ਰਹੇ ਹਾਂ ਜੀ ਅਸੀਂ ਤੇ ਰਾਮ ਰਾਮ ਕੀਤਾ, ਅਸੀਂ ਵਾਹਿਗੁਰੂ ਵਾਹਿਗੁਰੂ ਕੀਤਾ, ਅਸੀਂ ਅੱਲਾ ਅੱਲਾ ਕੀਤਾ, ਅਸੀਂ ਸ਼ਬਦ ਜਪਿਆ, ਅਸੀਂ ਗੁਰਬਾਣੀ ਪੜ੍ਹੀ, ਪਰ ਸੱਚੇ ਪਾਤਸ਼ਾਹ ਕਹਿ ਰਹੇ ਕਿਸੇ ਨੂੰ ਦਿਖਾ ਕੇ ਤੂੰ ਜੋ ਕੁਝ ਕਰ ਰਿਹਾ ਹੈ ਉਸ ਕਰਮ ਕਰਨ ਦੇ ਨਾਲ ਤੇਰਾ ਅੰਦਰ ਸ਼ੁੱਧ ਨਹੀਂ ਹੋ ਰਿਹਾ। ਬਾਹਰ ਕੰਚਨ ਬਾਹਰਾ ਭੀਤਰ ਭਰੀ ਭੰਗਾਰ। ਤੇਰੇ ਅੰਦਰ ਤੇ ਭੰਗਾਰ ਭਰਿਆ, ਤੇਰੇ ਅੰਦਰ ਤੇ ਮੈਲ ਭਰੀ ਹੈ। ਉਹ ਮੈਲ ਜਿਹੜੀ ਹੈ ਸ਼ਬਦ ਨਾਲ ਧੋਤੀ ਜਾਣੀ ਹੈ। ਜਦੋਂ ਤੂੰ ਸ਼ਬਦ ਨੂੰ ਸਮਝਣ ਦਾ ਯਤਨ ਕਰੇਗਾ, ਸ਼ਬਦ ਨੂੰ ਆਰਾਧਨ ਦਾ ਯਤਨ ਕਰੇਗਾ, ਗੁਣਾਂ ਨੂੰ ਗਾਉਣ ਦਾ ਯਤਨ ਕਰੇਗਾ, ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਮੈਲ ਫਿਰ ਧੋਤੀ ਜਾਵੇਗੀ। ਜੇ ਆਪਾਂ ਇਸ ਸ਼ਬਦ ਨੂੰ ਨਾਲ ਨਾਲ ਵਿਚਾਰੀਏ, ਪਾਤਸ਼ਾਹ ਕਹਿੰਦੇ ਜੀਉ ਮੈਲੇ ਬਾਹਰੋਂ ਨਿਰਮਲ। ਅੰਦਰ ਜੀ ਤੇ ਤੇਰਾ ਮੈਲਾ ਹੈ। ਇੱਥੇ ਬੜਾ ਜ਼ੋਰ ਦੇ ਕੇ ਪਾਤਸ਼ਾਹ ਨੇ ਆਖਿਆ ਜੀਉ ਮੈਲੇ। ਇੱਕ ਹੁੰਦਾ ਜੀ ਜਿੱਜੇ ਨੂੰ ਬਿਹਾਰੀ ਐੜਾ ਜੀ, ਇੱਥੇ ਜੀਉ। ਪਾਤਸ਼ਾਹ ਕਹਿੰਦੇ ਜੀਉ ਮੈਲੇ, ਤੂੰ ਅੰਦਰੋਂ ਮੈਲਾ ਹੈ, ਅੰਦਰੋਂ ਮੈਲਾ ਹੈ, ਹਿਰਦੇ ਚੋਂ ਮੈਲਾ ਹੈ, ਅੰਦਰੋਂ ਕਾਲਾ ਹੈ। ਬਾਹਰੋਂ ਨਿਰਮਲ, ਤੂੰ ਬਾਹਰੋਂ ਧੋ ਰਿਹਾ ਆਪਣੇ ਆਪ ਨੂੰ। ਬਾਹਰ ਧੋਤੀ ਤੁੰਬੜੀ, ਅੰਦਰ ਵਿਸਨ ਕੋਰ। ਅੰਦਰ ਤੇ ਤੇਰੇ ਵਿਸ ਭਰੀ ਪਈ ਹੈ, ਅੰਦਰੋਂ ਵਿਸ ਗੰਦਲਾ ਹੈ। ਸੱਚੇ ਪਾਤਸ਼ਾਹ ਕਹਿੰਦੇ ਬਾਹਰੋਂ ਧੋ ਕੇ ਤੂੰ 100 ਵਾਰੀ ਧੋ ਰਵੇਂਗਾ ਤਾਂ ਵੀ ਤੂੰ ਉਸ ਨੂੰ ਪਵਿੱਤਰ ਨਹੀਂ ਕਰ ਸਕਦਾ ਜਦ ਤੱਕ ਸ਼ਬਦ ਨੇ ਤੈਨੂੰ ਅੰਦਰੋਂ ਨਹੀਂ ਭੇਜਿਆ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ। ਦੂਜੀ ਵਾਰ ਫਿਰ ਇਸੇ ਗੱਲ ਨੂੰ ਰਿਪੀਟ ਕੀਤਾ ਪਾਤਸ਼ਾਹ ਨੇ, ਕਹਿੰਦੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਅੰਦਰੋਂ ਫਿਰ ਮੈਲਾ ਹੈ ਤੂੰ। ਸੱਚੇ ਪਾਤਸ਼ਾਹ ਕਹਿੰਦੇ ਤੂੰ ਅੰਦਰੋਂ ਕਿਵੇਂ ਮੈਲਾ ਹੈ? ਕੋੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਕਹਿੰਦੇ ਤੂੰ ਬਾਹਰੋਂ ਦੇਖਣ ਨੂੰ ਲੱਗਦਾ ਹੈ ਵੀ ਹਾਂ ਵੀ ਮੈਂ ਬਹੁਤ ਸੋਹਣਾ ਆ, ਬੜਾ ਧਰਮ ਕੰਮ ਦੇ ਕੰਮ ਕਰ ਰਿਹਾ, ਪਰ ਪਾਤਸ਼ਾਹ ਕਹਿੰਦੇ ਇਹ ਜਿਹੜੇ ਤੇਰੇ ਧਰਮ ਦੇ ਕੰਮ ਨੇ ਨਾ ਉਹ ਤੈਨੂੰ ਧਾਰਮਿਕ ਨਹੀਂ ਬਣਾਉਂਦੇ। ਜੋਗ ਨਾ ਖਿੰਥੈ ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈ ਹੈ। ਸੱਚੇ ਪਾਤਸ਼ਾਹ ਨੇ ਇੱਥੇ ਸਾਰਿਆਂ ਨੂੰ ਕੰਡੈਕਟ ਕਰਨ ਦਾ ਯਤਨ ਕੀਤਾ ਹੈ। ਉੱਥੇ ਜੋਗੀਆਂ ਨੂੰ ਵੀ ਕਹਿ ਦਿੱਤਾ, ਉਹ ਜੋਗੀ ਬੜਾ ਬੜਾ ਸਮਾਂ ਬੈਠ ਕੇ ਤਪ ਕਰਦੇ ਸਨ, ਜੋਗੀ ਬੜਾ ਬੜਾ ਸਮਾਂ ਬੈਠ ਕੇ ਆਪਣੇ ਘਰ-ਬਾਰ ਤਿਆਗ ਦੇਣੇ, ਸਾਰਾ ਕੁਝ ਛੱਡ ਦੇਣਾ, ਪਰ ਸੁਰਤ ਕਿੱਥੇ ਹੈ? ਅਜੇ ਵੀ ਉੱਥੇ ਲੱਗੀ ਹੈ। ਅੰਦਰ ਜਿਹੜੀ ਮੈਲ ਹੈ ਉਹਨੂੰ ਨਹੀਂ ਧੋ ਸਕੇ। ਜੋਗ ਨਾ ਖਿੰਥੈ ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈ ਹੈ। ਆਪਣੀ ਸਵਾਸਾਂ ਨੂੰ ਰੋਕ ਲੈਣਾ, ਬੜਾ ਬੜਾ ਚਿਰ, ਬੜੀ ਬੜੀ ਉਮਰ ਕੱਢ ਦੇਣੀ। ਤੇ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਨਾਲ ਤੇਰਾ ਜਿਹੜਾ ਹਿਰਦਾ ਹੈ ਨਾ, ਜੀਉ ਹੈ ਅੰਦਰੋਂ, ਉਹ ਨਿਰਮਲ ਨਹੀਂ ਹੋਣਾ। ਆਸਾ ਕੀ ਵਾਰ ਤੋਂ ਬਚਨ ਆਇਆ, ਮਾਨਸ ਖਾਣੇ ਕਰੇ ਨਿਵਾਜ, ਸ਼੍ਰੀ ਵਗਾਇਨ ਤਿਨਕਲ ਤਾਗ, ਤਿਨ ਕਰ ਬ੍ਰਾਹਮਣ ਪੂਰੇ ਨਾਦ। ਇੱਥੇ ਸੱਚੇ ਪਾਤਸ਼ਾਹ ਨੇ ਮਾਨਸ ਖਾਣੇ ਕਿਹਨੂੰ ਕਿਹਾ ਹੈ? ਪਾਤਸ਼ਾਹ ਕਹਿੰਦੇ ਜਿਹੜਾ ਪਰਾਇਆ ਖਾ ਰਿਹਾ ਹੈ, ਪਰਾਇਆ ਹੱਕ ਖਾ ਰਿਹਾ ਹੈ। ਮਾਨਸ ਖਾਣੇ ਕਰੇ ਨਿਵਾਜ, ਪਰਾਇਆ ਹੱਕ ਖਾ ਕੇ ਤੂੰ ਆ ਕੇ ਨਮਾਜ਼ ਪੜ੍ਹਨ ਲੱਗ ਪੈਂਦਾ ਹੈ, ਆ ਕੇ ਤੂੰ ਧਰਮ ਦੇ ਕੰਮ ਕਰਨ ਲੱਗ ਪੈਂਦਾ ਹੈ। ਹੱਕ ਪਰਾਇਆ ਨਾਨਕਾ, ਤੇਰੇ ਅੰਦਰ ਮੈਲ ਹੋਰ ਵੱਧ ਰਹੀ ਹੈ, ਉਹ ਸਾਫ਼ ਨਹੀਂ ਹੋ ਰਹੀ। ਅਸੀਂ ਬਾਹਰੋਂ ਧੋ ਲਿਆ, ਬਾਹਰੋਂ ਇਸ਼ਨਾਨ ਕਰ ਲਿਆ, ਬਾਹਰੋਂ ਇਸ਼ਨਾਨ ਦੇ ਨਾਲ ਸਰੀਰ ਧੋਤਾ ਜਾਏਗਾ, ਪਰ ਸੱਚੇ ਪਾਤਸ਼ਾਹ ਕਹਿੰਦੇ ਮਨ ਨਹੀਂ ਧੋਤਾ ਜਾਣਾ। ਮਾਨਸ ਖਾਣੇ ਕਰੇ ਨਿਵਾਜ, ਸ਼੍ਰੀ ਵਗਾਇਨ ਤਿਨਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪੇ ਆਵੇ ਉਹੀ ਸਾਧ। ਕੂੜੀ ਰਾਸ, ਕੂੜਾ ਵਪਾਰ। ਰਾਸ ਹੁੰਦੀ ਹੈ ਉਹ ਧਨ ਪਦਾਰਥ ਇਕੱਠਾ ਕਰਨਾ। ਅਸੀਂ ਵਪਾਰ ਕਰਨ ਲਈ ਪਹਿਲਾਂ ਸਮਾਨ ਇਕੱਠਾ ਕੀਤਾ, ਉਹ ਵੀ ਝੂਠ ਹੈ, ਕੂੜਾ ਹੀ ਇਕੱਠਾ ਕਰ ਲਿਆ। ਉਸ ਨੂੰ ਵਪਾਰ ਲਈ ਲੈ ਕੇ ਜਾਣਾ, ਤੇ ਅਸੀਂ ਫਿਰ ਜੇ ਝੂਠ ਹੀ ਇਕੱਠਾ ਕਰਾਂਗੇ ਤੇ ਝੂਠ ਹੀ ਵਪਾਰ ਕਰਾਂਗੇ, ਸੱਚ ਤੇ ਵਪਾਰ ਹੋਇਆ ਨਾ। ਆਸਾ ਕੀ ਵਾਰ ਦੇ ਵਿੱਚ ਨਾ ਸੱਚੇ ਪਾਤਸ਼ਾਹ ਨੇ ਬੜੀਆਂ ਜਗ੍ਹਾ ਤੇ ਇਹ ਗੱਲਾਂ ਕੋਡ ਕੀਤੀਆਂ ਨੇ
10वीं पौड़ी में सच्चे पातशाह 10वें श्लोक च कहंदे कूड़ मिठा कूड़ माखियो। कूड़ जिहड़ा सानू ना बड़ा शहद वर्गा लगता है, जे किसी को सच सुनाइए ना तो वह सच जिहड़ा मिर्चां वर्गा भी लग जाता है कई बार। सच्चे पातशाह कहंदे जे किसी को कूड़ दसो ना तो वह बड़ा शहद वर्गा लगता है, मिठा। बंदा कहता है जी मेरी उस्तत करी जाओ, मैनूं कूड़ा कही जाओ, ते बड़ियां गल्लां उस्तत वालियां बंदा घंटा भी सुन लेंदा है। जे सच एक गल भी सुना दईए ना बंदे नूं ते बंदा कहंदा है हुण वाहिगुरू जी का खालसा ते वाहिगुरू जी की फतेह, आपां चलीए। सच सुनना बड़ा औखा है, क्योंकि सच ने मैल धोनी है। सच तां पर जानी है जा हृदय सच्चा होए, कूड़ की माले उतरे तन करे अच्छा होए। उन्हें तेरा तन मन अंदरों धोना है। सच्चे पातशाह कहते तन मन धन सब सौंप गुर को, सारा कुछ उहदे अगे अर्पण कर दे। जे अपने आप को अंदरों निर्मल करना है ना, बंदा कहता है तन भी मेरा है, मन भी मेरा है, धन भी मेरा है। सच्चे पातशाह कहते सारा कुछ उहदे अगे अर्पण कर। असीं सोचते हैं, इंसान सोचता है सारा कुछ मेरा है। तो जिधर छड्डना है, सच्चे पातशाह ये भी कह रहे हैं हम आदमी हाँ एक दमी मोहलत मोहत ना जाना। ये तो एक घड़ी के सवास का बदे, तेन पता नहीं तू इन्हें सारा कुछ मेरा है। जिन्होंने समझ लग गई वो कहते मैं नाही प्रभ सब कुछ तेरा। सच्चे पातशाह जी मैं करदा है ना, मैं नाही मैं है ही कुछ नहीं। ईगे निर्गुण उगे सरगुण, सारे पासे सच्चे पातशाह मैनू तू ही समाया लगता है। जिस दिन ये अवस्था बन जाएगी ना, अंदरों बाहरों असी निर्मल हो जावांगे। असी अजे तक सिर्फ दिखावे दे निर्मल हो रहे हैं। पातशाह कहते जिदन अंदरों ते बाहरों निर्मल हो गया ना, असली निर्मल उदन होना है। शब्द आया भगत कबीर जी का, सेठ शबूरी बाहरा क्या हज काबे जाए। बड़ियां पंक्तियां ने, बड़ियां गुरबाणी चो फरमान मिलते हैं। कबीर दिल साबत नहीं ताको कहां खुदाए। कबीर जाका दिल साबत नहीं, जिहदा हिरदा शुद्ध नहीं तो खुदा खुदा कर रहे हैं। करी जा रसना तो जिन्नी बारी मर्जी करी जा, पर इत्थे ये नहीं कि असी रसना तो करना नहीं, इत्थे ये नहीं कि असी उस रसना तो करना बंद कर देना है। रसना तो करांगे करदे संगत विच आवांगे, अभ्यास करांगे ते रंग लगेगा। असी फ्राइडे भी गल कीती सी कि जिद्दां दी संगत हुंदी है उदां दी रंगत हो जाती है। संगत दे विचों ही रंग लगना है। जे असी कहिए जी असी ते मैले आ, असी गुरु घर आउणा ही नहीं। सच्चे पातशाह कहते इत्थे आउणा पवेगा। अमृत सार सतगुर सतवादी, जित नातै कौआ हंस होवै। सच्चे पातशाह ने बड़ियां सुंदर उदाहरणियां सानू गुरबाणी च दित्तियां ने। कहंदे इत्थे कौए भी हंस बन गए। इत्थे कौए दी बिरती ते हंस बिरती दी गल सच्चे पातशाह ने कीती है। इत्थे ये नहीं कि कौआ सरोवर विच जाके नहाउण लग पिया ते ओह हंस हो गया, नहीं। सच्चे पातशाह कहंदे जिहड़ी तेरी कौए वाली बिरती है ना, तू हर थां ते मुंह मारदा फिरदा है। सच्चे पातशाह कहते ओ हंस बिरती सिर्फ ते सिर्फ मोती चुगण वाली तेरी बिरती, शब्द नूं मिलण वाली बिरती, शब्द दे विचों रस लैण वाली बिरती। असी शब्द दे विचों रस लैके, कई बार हुंदा है माफ करना, असी शब्द विचों रस लैके रस ते खड़े हैं भी हाँ जी संगीत सुन लिया, म्यूजिक सुन लिया। सच्चे पातशाह कहते इस तो ऊपर कुछ है, इस शब्द के अंदर भी कुछ है। इस शब्द दे विच जेड़ा आधार गुरु साहब ने दिता है ना, उन्होंने समझण दा यतन करिए। पातशाह कहते पाड़ पटोला तज करी, कंबड़ रड़ी पहरेओ। फरीदा जिन्नी वेसी 100 मिले सही वेस करियो। आपां गल कीती ना श्रृंगार दी पहला। सच्चे पातशाह कहते श्रृंगार तू कर रहे हैं, पर उस श्रृंगार ने जिहड़ा तू पैसे नाल खरीदिया श्रृंगार, कुछ देर तक तेनों सुहावना कर देगा, सोहना कर देगा। जदों तू घर जाके मुंह धोंदा है ना, फिर उदां दा
ਉਹ ਸ਼ਿੰਗਾਰ ਕੁਝ ਸਮੇਂ ਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਉਹ ਵੇਸ ਕਰ, ਉਹ ਸ਼ਿੰਗਾਰ ਕਰ ਜਿਹੜਾ ਤੇਰਾ ਸਦਾ ਹੀ ਤੇਰਾ ਮੁਖ ਉਜਲਾ ਹੋ ਜਾਵੇ। ਜਿੰਨੀ ਨਾਮ ਤੇ ਆਇਆ ਉਹ ਸ਼ਿੰਗਾਰ ਕਰੀਏ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਇਹ ਸ਼ਿੰਗਾਰ ਹੈ। ਨਾਨਕ ਤੇ ਮੁਖੀ ਉਜਲੇ, ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋ ਗਿਆ। ਕੀਤੀ ਛੁੱਟੀ ਨਾਲ ਗੁਰਬਾਣੀ ਚ ਨਾ ਜਿਨੀ ਨਾਮ ਤੇ ਆਇਆ ਦੇ ਵੀ ਦੋ ਸ਼ਬਦ ਆਏ ਨੇ। ਇੱਕ ਸ਼ਬਦ ਹੈਗਾ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੀ ਉਜਲੇ। ਇੱਕ ਤੇ ਆਇਆ ਨਾਨਕ ਤੇ ਮੁਖੀ ਉਜਲੇ ਹੋਰ ਕੀਤੀ ਛੁੱਟੀ ਨਾਲ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਰ ਕੀਤੀ। ਉਹਨਾਂ ਨੇ ਇੱਕ ਐਡਜੈਕਟਿਵ ਹੋਰ ਲਾ ਦਿੱਤਾ ਹੈ ਉਹਦੇ ਵਿੱਚ ਕਿ ਹੋਰ ਕੀਤੀ, ਹੋਰ ਵੀ ਸਾਰੀਆਂ ਤੂੰ ਜਿੱਥੇ ਤੂੰ ਆਪ ਜਾਏਗਾ ਨਾ, ਸੱਚੇ ਪਾਤਸ਼ਾਹ ਕਹਿੰਦੇ ਆਪਣਾ ਕੁਟੁੰਬ ਆਪਣਾ ਪਰਿਵਾਰ ਉਹਨੂੰ ਵੀ ਨਾਲ ਲੈ ਕੇ ਜਾਏਗਾ। ਛੁੱਟੀ ਹੋਏਗੀ ਪਰ ਕਿਵੇਂ? ਜਦੋਂ ਤੂੰ ਸ਼ਬਦ ਨਾਲ ਜੁੜ ਕੇ ਕਿਸੇ ਨੂੰ ਨਾਲ ਪਰਉਪਕਾਰ ਕਰਕੇ ਜੋੜਨ ਦਾ ਯਤਨ ਕਰੇਗਾ। ਇੱਕ ਸ਼ਬਦ ਹੋਰ ਗੁਰਬਾਣੀ ਚ ਆਇਆ ਕਬਿਤ ਪੜੇ ਪੜ ਕਵਤਾ ਮੂਏ ਕਪੜ ਕੇ ਧਾਰੇ ਜਾਈ। ਇਹ ਸ਼ਬਦ ਸ਼ੁਰੂ ਹੁੰਦਾ ਹੈ ਜੀ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ। ਓਇਲੇ ਜਾਰੇ ਓਇਲੇ ਗਾਡੇ ਤੇਰੀ ਗੱਤ ਦੋਹੂ ਨਾ ਪਾਈ। ਕਹਿੰਦੇ ਕੋਈ ਜਾ ਕੇ ਗੱਡ ਰਿਹਾ ਹੈ, ਕੋਈ ਕਹਿੰਦਾ ਜੀ ਸ਼ਾਇਦ ਏਦਾਂ ਹੀ ਧਰਮ ਹੋ ਜਾਵੇ, ਕੋਈ ਕਹਿ ਰਿਹਾ ਕਬਿਤ ਪੜੇ ਪੜ ਕਵਤਾ ਮੂਏ ਕਪੜ ਕੇ ਦਾਰੇ ਚਾਈ ਜਟਾ ਧਾਰ ਧਾਰ ਜੋਗੀ ਮੂਏ। ਕਿਸੇ ਤਰ੍ਹਾਂ ਤੈਨੂੰ ਰੱਬ ਨਹੀਂ ਮਿਲਣਾ, ਏਦਾਂ ਤੇਰਾ ਜੀਵ ਨਿਰਮਲ ਨਹੀਂ ਹੋਣਾ। ਸ਼ਬਦ ਨੇ ਤੈਨੂੰ ਨਿਰਮਲ ਕਰਨਾ ਹੈ। ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਨਾਲ ਜੁੜ ਆਪਾਂ ਨਾਲ ਅਗਲੀ ਪੰਕਤੀ ਪੜ੍ਹੀਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਅਸੀਂ ਨਿਰਮਲ ਹੋ ਰਹੇ ਹਾਂ, ਅੰਦਰੋਂ ਮੈਲੇ ਆ। ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰੇ। ਹੁਣ ਇੱਥੇ ਸੱਚੇ ਪਾਤਸ਼ਾਹ ਨੇ ਜੂਏ ਦੀ ਗੱਲ ਕੀਤੀ ਹੈ। ਜੂਏ 'ਚ ਬੰਦਾ ਪੈਸਾ ਹਾਰ ਜਾਂਦਾ ਹੈ, ਘਰ-ਬਾਰ ਹਾਰ ਜਾਂਦਾ ਹੈ, ਆਪਣਾ ਮਕਾਨ ਹਾਰ ਜਾਂਦਾ ਹੈ ਜੂਏ 'ਚ। ਪਰ ਸੱਚੇ ਪਾਤਸ਼ਾਹ ਨੇ ਇੱਥੇ ਇਸ ਅੱਖਰ ਨੂੰ ਸਮਝਣ ਦੀ ਲੋੜ ਹੈ। ਪਾਤਸ਼ਾਹ ਕਹਿੰਦੇ ਜਨਮ ਜੂਏ ਹਾਰਿਆ। ਬੰਦਿਆ ਤੂੰ ਤੇ ਆਪਣਾ ਜਨਮ ਪੈਸਾ ਜੇ ਗਵਾ ਲਿਆ ਤੇ ਫਿਰ ਬਣਾ ਲਏਗਾ, ਧਨ ਪਦਾਰਥ ਜੇ ਗਵਾ ਲਏ ਤੇ ਫਿਰ ਬਣਾ ਲਏਗਾ, ਪਰ ਜੇ ਜਨਮ ਹੀ ਚਲਾ ਗਿਆ ਤੇ ਉਹ ਜਨਮ ਨਹੀਂ ਜਾ ਵਾਪਸ ਆਉਣਾ। ਇੱਥੇ ਜੂਏ ਦੀ ਗੱਲ ਸੱਚੇ ਪਾਤਸ਼ਾਹ ਨੇ ਪਤਾ ਕਿਉਂ ਕੀਤੀ ਹੈ? ਜਦੋਂ ਬੰਦਾ ਜੂਆ ਖੇਡਦਾ ਹੈ ਨਾ, ਉਹਨੂੰ ਇਹ ਪਤਾ ਹੁੰਦਾ ਹੈ ਵੀ ਮੈਂ ਗਲਤ ਕਰ ਰਿਹਾ, ਪਰ ਦੇਖਦੇ ਆ ਉਹ ਇੰਨੀ ਉਹਨੂੰ ਉਹਦੀ ਚੇਟਕ ਲੱਗੀ ਹੁੰਦੀ ਹੈ ਕਿ ਉਹ ਕਰਦਾ ਜੂਏ 'ਚ ਹਾਰ ਜਾਂਦਾ ਹੈ। ਪਤਾ ਹੈ ਉਸ ਬੰਦੇ ਨੂੰ। ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਇਨਸਾਨ ਤੈਨੂੰ ਵੀ ਪਤਾ ਹੈ ਵੀ ਨਾਂਗੇ ਆਵਣਾ ਨਾਂਗੇ ਜਾਣਾ। ਇਸ ਸੰਸਾਰ ਤੋਂ ਨੰਗੇ ਆਇਆ ਤੇ ਨੰਗੇ ਜਾਣਾ ਹੈ, ਪਰ ਜੇ ਤੂੰ ਸ਼ਬਦ ਨੂੰ ਆਧਾਰ ਬਣਾ ਲਵੇਂਗਾ, ਇਹ ਨਾ ਹੋਵੇ ਤੇਰਾ ਹਾਲ ਉਦਾਂ ਹੋਵੇ ਲੰਕਾ ਗੜ ਸੋਨੇ ਕਾ ਭਇਆ। ਉਹਦੇ ਅੰਦਰ ਵੀ ਮੂਰਖ ਰਾਵਣ, ਸੱਚੇ ਪਾਤਸ਼ਾਹ ਨੇ ਉੱਥੇ ਮੂਰਖ ਰਾਵਣ ਕਿਹਾ ਲੈ ਗਿਆ। ਸੱਚੇ ਪਾਤਸ਼ਾਹ ਨੇ ਉਹਨੂੰ ਵੀ ਏਦਾਂ ਕਹਿ ਦਿੱਤਾ ਹੈ, ਕਹਾਂ ਭਏ ਦਰ ਬੰਦੇ ਹਾਥੀ। ਉਹਦੇ ਘਰ ਹਾਥੀ ਬੰਨੇ ਹੋਏ ਵੀ ਸਾਰੇ ਛੱਡ ਕੇ ਚਲੇ ਗਿਆ, ਕਿਸੇ ਨੇ ਨਾਲ ਨਹੀਂ ਜਾਣਾ, ਕਿਸੇ ਪਦਾਰਥ ਨੇ। ਸਾਰਾ ਕੁਝ ਇੱਥੇ ਤੂੰ ਹਾਰ ਜਾਣਾ ਹੈ। ਪਾਤਸ਼ਾਹ ਕਹਿੰਦੇ ਉਹ ਜਿਹੜਾ ਜੂਆ ਤੂੰ ਖੇਡ ਰਿਹਾ ਹੈ ਨਾ, ਉਹਦੇ ਵਿੱਚ ਤੂੰ ਜਨਮ ਹੀ ਹਾਰ ਜਾਣਾ ਹੈ। ਆਵਤ ਸੰਗ ਨਾ ਜਾਤ ਸੰਗਾਤੀ, ਕਹਾਂ ਭਏ ਦਰ ਬੰਦੇ ਹਾਥੀ। ਕਹਿ ਕਬੀਰ ਕਿਛ ਗੁਣ ਵਿਚਾਰ। ਇੱਥੇ ਸੱਚੇ ਪਾਤਸ਼ਾਹ ਨੇ ਗੱਲ ਨਵੇੜੀ ਹੈ, ਚਲੇ ਜੁਆਰੀ ਦੋਏ ਹੱਥ ਚਾਰ। ਸੱਚੇ ਪਾਤਸ਼ਾਹ ਕਹਿੰਦੇ ਉਹ ਜੁਆਰੀ ਜਿਹੜੇ ਨੇ ਉਹ ਆਪਣਾ ਜਨਮ ਗਵਾ ਕੇ ਸਾਰੇ ਦੋਵੇਂ ਹੱਥ ਝਾੜ ਕੇ ਚਲੇ ਗਏ। ਕਿਉਂ? ਕਿਉਂਕਿ ਸੰਸਾਰ ਦੇ ਵਿੱਚ ਸ਼ਬਦ ਕਮਾਉਣ ਆਏ ਸੀ। ਆਪਾਂ ਰੋਜ਼ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦੇ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਪੰਜ ਕੇਵਲ ਨਾਮ। ਸੱਚੇ ਪਾਤਸ਼ਾਹ ਨੇ ਇੱਥੇ ਇਹ ਨਹੀਂ ਆਖਿਆ ਕਿ ਕਿਰਤ ਕਰਨੀ ਛੱਡ ਦੇ, ਕਿ ਕੱਲਾ ਨਾਮ ਜਪ। ਸੱਚੇ ਪਾਤਸ਼ਾਹ ਕਹਿੰਦੇ ਕਿਰਤ ਵੀ ਕਰ। ਕਿਰਤ ਸਾਡਾ ਪਹਿਲਾ ਧਰਮ ਹੈ। ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਕੇ ਛਕਣਾ।
अवर काज तेरे किते ना काम। पातशाह ने यह नहीं आख्या कि तेरे अवर काज तो काम करना छड़ दे, नहीं। पातशाह कहते कार विहार करते हैं, किरत करनी भी जरूरी है, तेनों पदार्थ भी जरूरी ने, संसार भी जरूरी है, पर ਇਹਦੇ ਨਾਲ ਨਾਲ ਪਾਤਸ਼ਾਹ ਕਹਿੰਦੇ ਅੰਤਰ ਮਨ ਨਿਰਮਲ ਨੇ ਕੀਨਾ। ਅਸੀਂ ਕੀ ਕਰ ਰਹੇ ਹਾਂ? ਆਪਣੇ ਅੰਦਰ ਮਨ ਨੂੰ ਨਾਲ ਨਿਰਮਲ ਨਹੀਂ ਕਰ ਰਹੇ। ਕਾਰਜ ਜ਼ਰੂਰੀ ਨੇ, ਕੰਮ ਜ਼ਰੂਰੀ ਹੈ, ਪਰਿਵਾਰ ਵੀ ਜ਼ਰੂਰੀ ਹੈ, ਸਾਰਾ ਕੁਝ ਦੇਖਣਾ ਜ਼ਰੂਰੀ ਹੈ। ਬਾਹਰ ਭੇਖ ਉਦਾਸੀ, ਅਸੀਂ ਬਾਹਰੋਂ ਇਹ ਸ਼ੋਅ ਕਰ ਰਹੇ ਹਾਂ ਵੀ ਅਸੀਂ ਬਹੁਤ ਉਦਾਸੀ ਬਣ ਗਏ ਹਾਂ, ਬੜੇ ਜੀਵਨ ਵਾਲੇ ਹਾਂ, ਪਰ ਸੱਚੇ ਪਾਤਸ਼ਾਹ ਕਹਿੰਦੇ ਉਹ ਮਾਲਕ ਜਾਣਦਾ ਹੈ। कबीर जैसी उपजी पेड़ ते जो तैसी निभै ओढ़, हीरा किसका बापुरा तुझे न रतन करोड़। पातशाह कहते तेनू ना इन्नी क मैल लगी है ते ओ मैल जिहड़ी है की करदी है, फिर रोग वधा दिंदी है। आपां पिछले पदे विच भी गल कीती सी, जदों बंदे नू मैल लगी जाती है ना कर्मां करके, ते उस मैल दे नाल फिर रोग वधदे ने। और रोग किवें वधदे ने? एक उदाहरण लईए। पातशाह कहंदे जिवें किते ना अग लगी होवे ते सियाणा बंदा होगा ते उस अग दे अग नूं बुझाउण वाली चीज पाऊगा। जे किते भी अग लगी है ते ओनूं अग बुझाउण वाली चीज पावांगे ओहदे उपर। ते आपां की कर रहे हैं? साडे अंदर अग लगी है विकारां दी, साडे अंदर तृष्णा दी अग लगी है, ਅਸੀਂ ਨਾਮ ਤੋਂ ਹੀਣੇ ਹੋ ਕੇ ਅੱਗ ਵਿੱਚ ਭਟਕ ਰਹੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਤੂੰ ਅੱਗ ਦੇ ਵਿੱਚ ਹੋਰ ਤੇਲ ਪਾ ਰਿਹਾ ਵੀ ਇਹ ਮੱਚ ਜਾਵੇ। ਇਦਾਂ ਹੀ ਕਰਦਾ ਹੈ ਨਾ ਬੰਦਾ, ਇਹਨੂੰ ਅੱਗ ਨੂੰ ਬੁਝਾ ਨਹੀਂ ਰਹੇ। ਅੱਗ ਨੇ ਬੁਝਣਾ ਕਿਵੇਂ? ਸ਼ਬਦ ਨਾਲ। ਸੱਚੇ ਪਾਤਸ਼ਾਹ ਕਹਿੰਦੇ ਜਿਉਂ-ਜਿਉਂ ਤੂੰ ਪਦਾਰਥਾਂ ਵਿੱਚ ਖੱਚਤ ਹੋ ਰਿਹਾ ਹੈ, ਜੇ ਅੱਜ ਤੈਨੂੰ ਸੈਟੀਸਫਾਈ ਹੋਇਆ ਵੀ ਹਾਂ $1000 ਬਣ ਗਿਆ, ਹੁਣ ਮੈਨੂੰ ਲੋੜ ਨਹੀਂ, ਕੱਲ ਨੂੰ ਤੂੰ ਕਹਿੰਦਾ ਨਹੀਂ ਜੀ ਹੁਣ ਤਾਂ $1,00,000 ਬਣੇ, ਤੇ ਫਿਰ ਕੰਮ ਚੱਲੇਗਾ। ਅਗਲੇ ਦਿਨ ਹੋਰ ਤ੍ਰਿਸ਼ਨਾ ਵੱਧ ਜਾਂਦੀ ਹੈ। ਇੱਥੇ ਸ਼ਬਦ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਸੱਚੇ ਪਾਤਸ਼ਾਹ ਕਹਿੰਦੇ ਇੰਨੀ ਤ੍ਰਿਸ਼ਨਾ ਲੱਗੀ ਹੈ ਵੀ ਤੈਨੂੰ ਤੇ ਇਹ ਵੀ ਚੇਤਾ ਭੁੱਲ ਗਿਆ ਕਿ ਮੈਂ ਇੱਥੋਂ ਜਾਣਾ ਵੀ ਹੈ, ਵੀ ਇਹ ਸਾਰਾ ਕੁਝ ਜੋ ਮੈਂ ਪਦਾਰਥ ਇਕੱਠੇ ਕਰ ਰਿਹਾ ਇੱਥੇ ਜਾ ਜਾਣੇ ਨੇ। ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਵਿਰਲੇ ਕੀ ਹੀ ਬੁਝੀ ਹੈ, कोट जोरे लाख करोरे मन ना होरे, परे परे ही लुझी है। ਅਸੀਂ ਕਹਿੰਦੇ ਆ ਵੀ ਨਹੀਂ ਇੰਨੇ ਨਹੀਂ, ਹੋਰ ਪਦਾਰਥ ਹੋਣ, ਹੋਰ ਧਨ ਪਦਾਰਥ ਹੋਣ, ਕਰਦੇ ਆ ਇੱਕ ਦਿਨ ਅੰਤ ਸਮਾਂ ਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਦੱਤਾ ਦਸਵੇਂ ਦੱਤਾ ਹੋਵਾ ਸਵਾ। 10ਵੇਂ ਟਾਈਮ ਤੇ ਸੱਚੇ ਪਾਤਸ਼ਾਹ ਨੇ ਇੱਥੇ ਪਹਿਲੇ ਦੂਜੀ ਤੀਜੀ ਦੀ ਗੱਲ ਕੀਤੀ। ਪਾਤਸ਼ਾਹ ਕਹਿੰਦੇ 10ਵੇਂ ਟਾਈਮ ਤੇ ਆ ਕੇ ਬੰਦਾ ਸਵਾਹ ਹੋ ਜਾਂਦਾ, ਫਿਰ ਵੀ ਨਹੀਂ ਕਹਿੰਦਾ ਵੀ ਮੈਂ ਪਦਾਰਥ ਛੱਡ ਦਿਆਂ। ਧਨ ਪਦਾਰਥ ਫਿਰ ਵੀ ਚਾਹੀਦੇ ਨੇ। ਤੇ ਇੱਥੇ ਗੁਰੂ ਸਾਹਿਬ ਨੇ ਨਾ ਸਾਨੂੰ ਉਦਾਹਰਨਾਂ ਦਿੱਤੀਆਂ ਭਗਤਾਂ ਦੀਆਂ। ਸਮਾਂ ਵੀ ਹੋ ਗਿਆ। ਪਾਤਸ਼ਾਹ ਕਹਿੰਦੇ ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜੀਵਾਲੇ। ਆਪਾਂ ਕਦੀ ਆ ਕੇ ਆਖਿਆ ਕਿ ਸੱਚੇ ਪਾਤਸ਼ਾਹ ਸਾਨੂੰ ਅੱਧਾ ਸਿਰ ਹੀ ਦਾਲ ਚਾਹੀਦੀ ਹੈ ਵੀ ਅੱਜ 2 ਟਾਈਮ ਖਾ ਲਵਾਂ, ਕੱਲ ਨੂੰ ਫਿਰ ਤੂੰ ਹੀ ਦੇਣੀ ਹੈ? ਅਸੀਂ ਕਦੀ ਮੰਗਿਆ ਹੈ? ਭਗਤ ਮੰਗ ਰਹੇ ਨੇ ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜੀਵਾਲੇ। ਸੱਚੇ ਪਾਤਸ਼ਾਹ ਖਾਟ ਮੰਗੋ ਚੌਪਾਈ, ਸਰਾਣਾ ਵਰਤ ਭਾਈ। ਕੈਸੀ ਸਹਿਜ ਦੀ ਅਵਸਥਾ ਹੈ ਕਿ ਅਸੀਂ ਆ ਕੇ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਅੱਜ ਦਾ ਪਦਾਰਥ ਦੇ ਦੇ, ਕੱਲ ਦਾ ਫਿਰ ਤੂੰ ਹੀ ਦੇਣਾ ਹੈ। ਅਸੀਂ ਕਹਿੰਦੇ ਆ ਨਹੀਂ ਜੀ 7 ਪੁਸ਼ਤਾਂ ਦਾ ਦਿਓ। 7 ਦਾ ਜਦੋਂ ਪੂਰਾ ਹੋ ਜਾਂਦਾ ਨਾ ਅਸੀਂ ਕਹਿੰਦੇ ਹੁਣ 8ਵੀਂ ਦਾ ਕਰੀਏ। ਅਸੀਂ ਇੱਕ ਦਿਨ ਲਈ ਆਦੀ ਸਿਰ ਦਾਲ ਨਹੀਂ ਮੰਗ ਰਹੇ। ਇਹ ਸਹਿਜ ਦੀ ਅਵਸਥਾ ਜਿਹੜੀ ਸੱਚੇ ਪਾਤਸ਼ਾਹ ਨੇ ਬਿਆਨ ਕੀਤੀ ਹੈ। ਪਾਤਸ਼ਾਹ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ, ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੇਕੀ ਖਟਾਨੀ। ਉਹਦਾ ਤਨ ਮਨ ਤੇ ਧਨ ਸਭ ਕੁਝ ਹੁੰਦਾ ਹੈ, ਉਹਨੂੰ ਸੌਂਪ ਕੇ ਤੂੰ ਕਹਿ ਸੱਚੇ ਪਾਤਸ਼ਾਹ ਮੈਂ ਤੇ ਤੇਰੇ ਦਰ ਤੇ ਆ ਗਿਆ, ਜੋ ਤੂੰ ਕਰਾਉਣਾ ਹੈ ਕਰਨ ਕਰਾਵਣ ਆਪੇ ਆਪ, ਮਾਨਕ ਕੇ ਕਿਛ ਨਹੀਂ ਆਪ। ਜਦੋਂ ਤੂੰ ਉਹਦੇ ਦਰ ਤੇ ਆ ਕੇ ਢਹਿ ਪਵੇਂਗਾ ਨਾ, ਇਹ ਜਿਹੜੀ ਅੰਦਰ ਦੀ ਮੈਲ ਹੈ ਇਹ ਉਸ ਦਿਨ ਧੋਤੀ ਜਾਣੀ ਹੈ। ਪਾਤਸ਼ਾਹ ਕਹਿੰਦੇ ਬੰਦਾ ਕੀ ਕਰ ਰਿਹਾ? ਜਿਨ ਮਨ ਹੋਰ ਮੁਖ ਹੋਰ। ਮਨ ਹੋਰ ਹੈ ਤੇ ਮੁਖ ਹੋਰ ਹੈ। ਮੂੰਹ ਤੋਂ ਅਸੀਂ ਫਿਰ ਵੀ ਆ ਕੇ ਕਹਿ ਦੇਣਾ ਸੱਚੇ ਪਾਤਸ਼ਾਹ ਅਸੀਂ ਦੇ ਦਿੱਤਾ ਸਭ ਕੁਝ, ਬਾਹਰ ਗਏ ਤੇ ਮੁਖ ਹੋਰ ਹੈ।
ਇੱਥੇ ਸਾਰਾ ਕੁਝ ਅਰਪਣ ਕਰਨਾ ਪੈਣਾ ਹੈ। ਪਾਤਸ਼ਾਹ ਕਹਿੰਦੇ ਕਿ ਜੇ ਤੂੰ ਅਰਪਣ ਕਰੇਗਾ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ, ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ। ਇੱਥੇ ਵੇਦਾਂ ਦੀ ਗੱਲ ਨਹੀਂ ਕੀਤੀ, ਪਾਤਸ਼ਾਹ ਨੇ ਕਿਹਾ ਹੈ ਕਿ ਜਿੰਨੇ ਵੀ ਜਿੱਥੇ ਵੀ ਸੱਚ ਲਿਖਿਆ ਹੈ, ਜਿਹੜੇ ਧਰਮ ਗ੍ਰੰਥਾਂ ਵਿੱਚ ਸੱਚ ਲਿਖਿਆ ਹੈ, ਚੰਗੀਆਂ ਗੱਲਾਂ ਲਿਖੀਆਂ ਨੇ, ਵੇਦਾਂ ਮੈਂ ਨਾਮ ਉੱਤਮ, ਜਿਹੜੇ ਧਰਮ ਗ੍ਰੰਥਾਂ ਵਿੱਚ ਨਾਮ ਦੀ ਉਸਤਤ ਲਿਖੀ ਹੈ, ਨਾਮ ਦੀ ਮਹਿਮਾ ਲਿਖੀ ਹੈ, ਤੂੰ ਉਹਨਾਂ ਨੂੰ ਸੁਣਨਾ ਨਹੀਂ ਚਾਹੁੰਦਾ। ਫਿਰੇ ਜਿਉ ਬੇਤਾਲਿਆ, ਤੂੰ ਤਾਲ ਤੋਂ ਬਿਨਾ ਬੇਤਾਲ ਹੋ ਕੇ ਸੰਸਾਰ ਦੇ ਵਿੱਚ ਸਾਰੀ ਜਿਹੜੀ ਕਾਇਨਾਤ ਹੈ ਇੱਕ ਸੁਰ ਤੇ ਇੱਕ ਤਾਲ ਵਿੱਚ ਚੱਲ ਰਹੀ ਹੈ। ਤੇ ਜਦੋਂ ਸੁਰ ਤਾਲ ਵਿਗੜਦਾ ਹੈ ਨਾ, ਤੇ ਇਸ ਸੰਸਾਰ ਤੇ ਉਥਲ ਪੁਥਲ ਹੋਣ ਲੱਗ ਪੈਂਦੀ ਹੈ। ਸੁਰ ਤਾਲ ਦੇ ਵਿੱਚ ਅਸੀਂ ਠੀਕ ਰਹਿੰਦੇ ਹਾਂ, ਤੇ ਅਸੀਂ ਕੀ ਕਰ ਰਹੇ ਹਾਂ? ਬੰਦਾ, ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਝ ਤੇ ਸੁਰ ਤਾਲ 'ਚ ਚੱਲ ਰਿਹਾ, ਜਿਹੜਾ ਬੰਦਾ ਹੈ ਨਾ ਉਹੀ ਸੁਰ ਤਾਲ ਤੋਂ ਵਿਗੜਿਆ ਹੈ। ਫਿਰੇ ਜਿਉ ਬੇਤਾਲਿਆ, ਅਖੀਰਲੀ ਪੰਕਤੀ ਪਾਤਸ਼ਾਹ ਕਹਿੰਦੇ ਕਹੈ ਨਾਨਕ ਜਿਨ ਸੱਚ ਤਜਿਆ, ਜਿਹਨੇ ਸੱਚ ਨੂੰ ਛੱਡ ਦਿੱਤਾ, ਕੂੜੇ ਲੱਗੇ, ਕੂੜ ਨਾਲ ਲੱਗ ਗਏ, ਝੂਠ ਨਾਲ ਲੱਗ ਗਏ, ਤਿੰਨੀ ਜਨਮ ਜੂਏ ਹਾਰਿਆ। ਉੱਥੇ ਸੱਚੇ ਪਾਤਸ਼ਾਹ ਨੇ ਕਨਕਲੂਜਨ ਕੱਢਿਆ, ਸਿੱਟਾ ਕੱਢਿਆ ਵੀ ਇਹ ਜਿਹੜਾ ਹੀਰੇ ਵਰਗਾ ਤੈਨੂੰ ਜਨਮ ਮਿਲਿਆ ਹੈ, ਹਰਸਿਓ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਾਲ ਦੋਜ਼ਖ ਜਾਏਂਗੇ। ਇੱਥੇ ਪਾਤਸ਼ਾਹ ਨੇ ਸਿੱਧਾ ਹੀ ਕਰ ਦਿੱਤਾ ਵੀ ਤੂੰ ਜਨਮ ਜੂਏ ਹਾਰ ਰਿਹਾ ਹੈ। ਸਤ ਭਾਖੈ ਰਵਿਦਾਸ, ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਰੇ ਨਰ, ਇਹ ਸੱਚੀ ਜੀ ਧਾਰ, ਇਹ ਸੱਚੀ ਗੱਲ ਆਪਣੇ ਹਿਰਦੇ 'ਚ ਵਸਾ ਲੈ। ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰ। ਤ੍ਰਿਸ਼ਨਾ ਜਿੰਨੀ ਮਰਜ਼ੀ ਕਰ ਲੈ, ਪਦਾਰਥ ਜਿੰਨੇ ਮਰਜ਼ੀ ਕਰ ਲੈ, ਇਹ ਮੈਲ ਵਧਾਉਂਦੇ ਨੇ ਤੇਰੇ ਅੰਦਰ, ਪਦਾਰਥਾਂ ਨਾਲ ਹੋਰ ਮੈਲ ਚੜ ਰਹੀ ਹੈ। ਅਸੀਂ ਸੋਚ ਰਹੇ ਹਾਂ ਸ਼ਾਇਦ ਅਸੀਂ ਧਰਮ ਦੇ ਕੰਮ ਕਰਕੇ, ਧਰਮ ਦੇ ਕਾਰਜ ਕਰਕੇ ਅਸੀਂ ਧਾਰਮਿਕ ਹੋ ਗਏ ਹਾਂ, ਪਰ ਪਾਤਸ਼ਾਹ ਕਹਿੰਦੇ ਧਰਮ ਦੇ ਨਾਲ ਜਦ ਤੱਕ ਭਾਵਨਾ ਨਹੀਂ, ਪ੍ਰੇਮ ਨਹੀਂ, ਹਿਰਦਾ ਸ਼ੁੱਧ ਨਹੀਂ ਹੋਵੇਗਾ, ਤੇਰੇ ਅੰਤਰ ਆਤਮੇ ਹੋਰ ਮੈਲ ਵਧੇਗੀ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਕਿਸ ਸੰਜਮ ਨਾਲ ਇਹ ਮੈਲ ਧੋਤੀ ਜਾਵੇਗੀ। ਸ਼ਬਦ ਨੂੰ ਪੜ੍ਹੀਏ, ਸ਼ਬਦ ਨੂੰ ਸਮਝੀਏ, ਉਸ ਸੰਜਮ ਨੂੰ ਕਰਕੇ, ਉਸ ਮਿਹਨਤ ਨੂੰ ਕਰਕੇ ਸਾਡੀ ਮੈਲ ਧੋਤੀ ਜਾਵੇ। ਗੁਰੂ ਕਿਰਪਾ ਕਰੇ। ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ